ਸੋਇਟ ਮਾਰਡਨ ਦੀ ਪੁਸਤਕ ਕਰੋੜਪਤੀ ਕਿਵੇਂ ਬਣੀਏ ਦਾ ਆਤਮ ਪ੍ਰੇਰਨਾ ਅੰਗ। ਆਪਣੀ ਆਤਮਾ ਤੋਂ ਪ੍ਰੇਰਨਾ ਲਓ। ਕਦਮ ਕਦਮ ਉੱਤੇ ਆਪਣਾ ਵਿਵੇਕ ਉਪਯੋਗ ਵਿੱਚ ਲਿਆਓ। ਆਤਮ ਪ੍ਰੇਰਨਾ ਸਭ ਤੋਂ ਵੱਡੀ ਚੀਜ਼ ਹੈ। ਆਪਣੀ ਆਤਮਾ ਦੀ ਆਵਾਜ਼ ਨੂੰ ਪਹਿਲਾ ਸਥਾਨ ਦਿਓ। ਸੰਸਾਰ ਦੇ ਲਗਭਗ ਸਾਰੇ ਮਹਾਂਪੁਰਸ਼ਾਂ ਦਾ ਕਥਨ ਹੈ ਕਿ ਉਹਨਾਂ ਨੇ ਆਪਣੀ ਆਤਮਾ ਦੀ ਆਵਾਜ਼ ਨੂੰ ਹੀ ਸੁਣਿਆ ਹੈ। ਕਈ ਵਾਰ ਅਜਿਹਾ ਹੋਇਆ ਕਿ ਉਹਨਾਂ ਦਾ ਮਜ਼ਾਕ ਉਡਾਇਆ ਗਿਆ ਹੈ। ਇਹਦੇ ਬਾਵਜੂਦ ਉਹ ਵਿਚਲਿਤ ਨਹੀਂ ਹੋਏ, ਬਰਾਬਰ ਕਾਰਜਸ਼ੀਲ ਰਹੇ ਹਨ। ਅਖੀਰ ਉਹਨਾਂ ਦੀ ਜਿੱਤ ਹੋਈ ਹੈ। ਆਤਮ ਪ੍ਰੇਰਨਾ ਸੰਸਾਰ ਦੀ ਸਭ ਤੋਂ ਵੱਡੀ ਪ੍ਰੇਰਨਾ ਹੈ। ਇਸ ਤੋਂ ਵੱਡਾ ਤੁਹਾਡਾ ਮਿੱਤਰ, ਤੁਹਾਡਾ ਹਿਤੈਸ਼ੀ ਕੋਈ ਨਹੀਂ ਹੈ। ਇਹ ਤੋਂ ਨਾ ਪੁੱਛ ਕੇ, ਇਹਦੀ ਰਾਏ ਨਾ ਲੈ ਕੇ ਇੱਧਰ ਉੱਧਰ ਭਟਕਣਾ ਦੀ ਕੀ ਅਕਲਮੰਦੀ ਹੈ। ਆਪਣੇ ਵਿਸ਼ੇ 'ਚ ਕਦੇ ਵੀ ਉਲਟ ਵਿਚਾਰ ਨਾ ਲਿਆਓ। ਉਮੀਦ ਦੇ ਨਾਲ ਨਾਲ ਆਤਮ ਪ੍ਰੇਰਨਾ ਵੀ ਰੱਖੋ। ਹਮੇਸ਼ਾ ਆਨੰਦਮਈ ਉਜਲੇ ਭਵਿੱਖ ਦੀ ਹੀ ਕਲਪਨਾ ਕਰੋ। ਕੱਲ ਮੇਰਾ ਫਲਾਣਾ ਕੰਮ ਬਣ ਜਾਏਗਾ, ਇਹ ਆਸ ਰੱਖੋ। ਆਤਮ ਪ੍ਰੇਰਨਾ ਕਿ ਇਸ ਪ੍ਰਕਾਰ ਬਣ ਜਾਏਗਾ। ਕਿਸੇ ਕਾਰਨ ਵਸ਼ ਜੇ ਨਹੀਂ ਬਣ ਪਾਉਂਦਾ ਤਾਂ ਦਿਲ ਛੋਟਾ ਨਾ ਕਰੋ, ਫਿਰ ਆਉਣ ਵਾਲੇ ਕੱਲ੍ਹ 'ਤੇ ਵਿਸ਼ਵਾਸ ਰੱਖੋ। ਇਸ ਪ੍ਰਕਾਰ ਇੱਕ ਨਾ ਇੱਕ ਕੱਲ੍ਹ ਨਿਸ਼ਚਿਤ ਰੂਪ 'ਚ ਐਸਾ ਆਏਗਾ। ਮਨ ਛੋਟਾ ਕਰਨ ਜਾਂ ਨਿਰਾਸ਼ ਕਰਨ ਨਾਲ ਤੁਹਾਡੇ ਯਤਨਾਂ 'ਚ ਆਲਸ ਜਾਂ ਢਿੱਲ ਆ ਜਾਏਗੀ, ਜੋ ਸਫਲਤਾ ਤੋਂ ਤੁਹਾਡਾ ਫਾਸਲਾ ਵਧਾ ਦੇਵੇਗੀ। ਇਸੇ ਕਾਰਨ ਪੂਰੀ ਯੋਗਤਾ ਰੱਖਣ ਦੇ ਬਾਵਜੂਦ ਬਹੁਤ ਸਾਰੇ ਲੋਕ ਅਸਫਲ ਹੋ ਜਾਇਆ ਕਰਦੇ ਹਨ। ਸਾਰੀ ਯੋਗਤਾ ਦੇ ਬਾਵਜੂਦ ਮਾਤ ਖਾ ਜਾਇਆ ਕਰਦੇ ਹਨ। ਇਹਦਾ ਕਾਰਨ ਇਹਨਾਂ ਦਾ ਆਪਣੇ ਵਿਚਾਰਾਂ ਉੱਤੇ ਕੰਟਰੋਲ ਨਾ ਹੋਣਾ ਹੈ। ਅੱਗੇ ਵਧਣ ਦੀਆਂ ਇੱਛਾਵਾਂ ਦੀ ਪੂਰਤੀ ਲਈ ਉਹ ਆਪਣੀ ਆਤਮਾ ਦਾ ਵਿਕਾਸ ਨਹੀਂ ਕਰ ਪਾਉਂਦੇ ਹਨ। ਆਖਰ ਆਤਮਾ ਦਾ ਵਿਕਾਸ ਕਿਵੇਂ ਕੀਤਾ ਜਾਏ? ਜਦੋਂ ਅਸੀਂ ਕਿਸੇ ਕੰਮ ਨੂੰ ਆਪਣੇ ਹੱਥ 'ਚ ਲੈਂਦੇ ਹਾਂ, ਉਸ ਸਮੇਂ ਸਾਡੇ ਮਨ 'ਚ ਬੜਾ ਹੀ ਉਤਸ਼ਾਹ ਅਤੇ ਕਾਰਜ ਸਮਰੱਥਾ ਰਹਿੰਦੀ ਹੈ। ਅਸੀਂ ਨਿਸ਼ਚਿਤ ਰੂਪ 'ਚ ਸੋਚ ਕੇ ਚੱਲਦੇ ਹਾਂ ਕਿ ਸਾਡੀ ਸਫਲਤਾ ਨਿਸ਼ਚਿਤ ਹੈ। ਕੁਝ ਸਮੇਂ ਦੇ ਬਾਅਦ ਸਾਡਾ ਉਤਸ਼ਾਹ ਠੰਡਾ ਪੈ ਜਾਂਦਾ ਹੈ। ਕਾਰਜ ਯੋਗਤਾ ਘਟ ਜਾਇਆ ਕਰਦੀ ਹੈ। ਜ਼ਰਾ ਜੀ ਰੁਕਾਵਟ ਜਾਂ ਸਫਲਤਾ ਦੇ ਸਾਹਮਣੇ ਆਉਂਦੇ ਹੀ ਅਸੀਂ ਬੇਹੱਦ ਘਬਰਾ ਜਾਂਦੇ ਹਾਂ। ਬਸ ਇੱਥੇ ਅਸੀਂ ਮਾਤ ਖਾ ਜਾਂਦੇ ਹਾਂ। ਅਸੀਂ ਆਪਣੇ ਵਿਚਾਰਾਂ ਦਾ ਠੀਕ ਨਾਲ ਸੰਚਾਲਨ ਨਹੀਂ ਕਰ ਪਾਉਂਦੇ, ਇਸੇ 'ਚ ਪਿਛੜ ਜਾਂਦੇ ਹਾਂ। ਆਪਣੀ ਆਤਮਾ 'ਚ ਤੁਹਾਨੂੰ ਇਹ ਵਿਚਾਰ ਪੱਕੇ ਰੂਪ 'ਚ ਬਿਠਾ ਲੈਣਾ ਚਾਹੀਦਾ ਹੈ ਕਿ ਤੁਸੀਂ ਜੋ ਕੰਮ ਹੱਥ 'ਚ ਲਿਆ ਹੈ ਉਸ 'ਚ ਤੁਸੀਂ ਸਫਲ ਜ਼ਰੂਰ ਹੋਵੋਗੇ। ਤੁਸੀਂ ਖੁਦ ਨੂੰ ਇੱਕ ਦੈਵੀ ਪ੍ਰਾਣੀ ਸਰਵੋਤਮ ਮੰਨੋ। ਇਹ ਨਿਸ਼ਚਾ ਕਰ ਲਓ ਕਿ ਇਸੇ ਕੰਮ ਦੇ ਲਈ ਤੁਹਾਡਾ ਜਨਮ ਹੋਇਆ ਹੈ। ਇਸ ਪ੍ਰਕਾਰ ਦੇ ਕੰਮ ਕਰਕੇ ਤੁਸੀਂ ਆਪਣਾ ਜੀਵਨ ਸਫਲ ਬਣਾਉਣਾ ਹੈ। ਮਨ ਦੀ ਇਹ ਭਾਵਨਾ ਤੁਸੀਂ ਦਿਨ ਬ ਦਿਨ ਮਜ਼ਬੂਤ ਕਰਦੇ ਜਾਓ। ਤੁਹਾਡੇ ਕੋਲ ਈਸ਼ਵਰੀय ਸ਼ਕਤੀ ਦਾ ਅੰਬਾਰ ਹੈ। ਸਿਰਜਣ ਸ਼ਕਤੀ ਤੁਹਾਡੇ ਵਿੱਚ ਭਰਪੂਰ ਹੈ। ਇਸ ਗੱਲ ਉੱਤੇ ਤੁਸੀਂ ਅਮਲ ਕਰਕੇ ਦੇਖੋ। ਆਪਣੇ ਦਿਲ 'ਚ ਹਮੇਸ਼ਾ ਉੱਚ ਕੋਟੀ ਦੇ ਵਿਚਾਰ ਬਣਾਈ ਰੱਖੋ। ਕਿਸੇ ਪ੍ਰਕਾਰ ਦੀ ਰੁਕਾਵਟ ਜਾਂ ਅੜਚਨ ਤੋਂ ਤੁਸੀਂ ਘਬਰਾਓ ਨਾ। ਲਗਾਤਾਰ ਆਪਣਾ ਕੰਮ ਮੁਸ਼ਤੈਦੀ ਨਾਲ ਕਰੋ। ਆਪਣਾ ਆਚਰਣ, ਆਪਣਾ ਵਿਚਾਰ, ਆਪਣਾ ਰਹਿਣ ਸਹਿਣ ਆਪਣੀਆਂ ਇੱਛਾਵਾਂ ਦੇ ਅਨੁਕੂਲ ਬਣਾਉਣ ਦਾ ਯਤਨ ਕਰੋ। ਸਮਰਿੱਧੀਸ਼ਾਲੀ ਬਣਨ ਦਾ ਸੁਪਨਾ ਹੈ ਤਾਂ ਪਹਿਲਾਂ ਆਪਣੇ ਆਪ ਨੂੰ ਬਦਲੋ। ਆਪਣੀ ਪੋਸ਼ਾਕ 'ਚ ਪਰਿਵਰਤਨ ਲਿਆਓ। ਗੰਦਾ ਬਿਲਕੁਲ ਨਾ ਰਹੋ। ਸਾਫ਼ ਸੁਥਰੇ ਕੱਪੜੇ ਪਹਿਨੋ, ਭਾਵੇਂ ਉਹ ਫਟੇ ਪੁਰਾਣੇ ਹੋਣ, ਉਹਨਾਂ ਨੂੰ ਸਾਫ਼ ਰੱਖੋ। ਆਪਣਾ ਨਿਵਾਸ ਸਾਫ਼ ਸ਼ੁੱਧ ਰੱਖੋ। ਹੌਲੀ ਹੌਲੀ ਇਸ ਗੱਲ ਦਾ ਯਤਨ ਕਰੋ ਕਿ ਤੁਹਾਡੀ ਪੋਸ਼ਾਕ ਨਵੀਂ ਬਣ ਜਾਏ। ਆਪਣੀ ਮਿਹਨਤ ਨੂੰ ਥੋੜ੍ਹਾ ਵਧਾਓ। ਆਪਣੀ ਆਮਦਨ ਨੂੰ ਵਧਾਉਣ ਦਾ ਕੰਮ ਕਰੋ। ਥੋੜ੍ਹਾ ਵਕਤ ਜ਼ਿਆਦਾ ਲੱਗੇਗਾ। ਜਿੱਥੇ ਤੁਸੀਂ 8 ਘੰਟੇ ਮਿਹਨਤ ਕਰਦੇ ਹੋ ਉੱਥੇ 10 ਘੰਟੇ ਕਰੋ। ਇਸ ਪ੍ਰਕਾਰ 2 ਘੰਟੇ ਰੋਜ਼ਾਨਾ ਦੀ ਮਿਹਨਤ ਵਧਾ ਕੇ ਆਪਣੀ ਸਮਰਿੱਧੀ ਵਧਾਉਣ ਦਾ ਯਤਨ ਕਰੋ। ਇਸ ਗੱਲ ਨੂੰ ਤੁਸੀਂ ਨਾ ਭੁੱਲੋ, ਜਦੋਂ ਵੀ ਤੁਸੀਂ ਖੁਦ ਨੂੰ ਬਦਲਦੇ ਹੋ, ਉਹੋ ਜਿਹਾ ਹੀ ਪ੍ਰਭਾਵ ਤੁਹਾਡੇ ਕੰਮਾਂ 'ਤੇ ਪੈਂਦਾ ਹੈ। ਤੁਹਾਡਾ ਰਹਿਣ ਸਹਿਣ, ਤੁਹਾਡਾ ਵਿਚਾਰ ਤੁਹਾਡੀ ਕਾਰਜ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਜਦੋਂ ਤੁਸੀਂ ਮੰਨ ਲੈਂਦੇ ਹੋ ਤੁਸੀਂ ਕੁਝ ਕਰਨਾ ਹੈ ਤਾਂ ਇਸ ਗੱਲ ਨੂੰ ਵੀ ਮੰਨ ਲਓ ਕਿ ਤੁਹਾਡੇ ਵਿੱਚ ਅਦਭੁਤ ਸਮਰੱਥਾ ਹੈ। ਤੁਸੀਂ ਉਸ ਕੰਮ ਨੂੰ ਕਰ ਸਕਦੇ ਹੋ। ਜੇ ਤੁਹਾਡੇ ਮਨ 'ਚ ਡਰ ਬਣਿਆ ਰਹੇਗਾ, ਇਕੱਲੇ ਹਨੇਰੇ 'ਚ ਚੱਲਣ ਤੋਂ ਤੁਹਾਨੂੰ ਡਰ ਲੱਗੇਗਾ, ਥੋੜ੍ਹੀ ਜਿਹੀ ਆਹਟ ਸੁਣ ਕੇ ਤੁਸੀਂ ਘਬਰਾ ਜਾਓਗੇ, ਕਿਸੇ ਦੇ ਥੋੜ੍ਹਾ ਜਿਹਾ ਲਲਕਾਰ ਦੇਣ 'ਤੇ ਤੁਸੀਂ ਥਰ ਥਰ ਕੰਬ ਜਾਓਗੇ, ਉਦੋਂ ਤੱਕ ਕਿ ਤੁਸੀਂ ਕਦੇ ਸੂਰਬੀਰ ਬਣ ਸਕਦੇ ਹੋ? ਕਦੇ ਵੀ ਨਹੀਂ। ਤੁਸੀਂ ਡਰਪੋਕ ਕਾਇਰ ਹੀ ਮੰਨੇ ਜਾਓਗੇ। ਤੁਹਾਡੇ ਗੁਣ ਅਤੇ ਵਿਹਾਰ ਤੁਹਾਡੇ ਉਦੇਸ਼ ਦੇ ਅਨੁਸਾਰ ਹੋਣੇ ਚਾਹੀਦੇ ਹਨ। ਤੁਸੀਂ ਜੋ ਕੁਝ ਵੀ ਬਣਨਾ ਚਾਹੁੰਦੇ ਹੋ ਉਸੇ ਦੇ ਅਨੁਰੂਪ ਖੁਦ ਨੂੰ ਢਾਲੋ। ਸਫਲਤਾ ਮਿਲੇ ਜਾਂ ਨਾ ਮਿਲੇ, ਤੁਸੀਂ ਖੁਦ ਨੂੰ ਉਸੇ ਪ੍ਰਕਾਰ ਬਣਾਈ ਰੱਖੋ। ਸਫਲਤਾ ਕਦੇ ਨਾ ਕਦੇ ਆ ਕੇ ਰਹੇਗੀ। ਹਮੇਸ਼ਾ ਆਪਣੀ ਤੁਲਨਾ ਹੋਰਾਂ ਨਾਲ ਨਾ ਕਰੋ, ਬਲਕਿ ਹੋਰਾਂ ਨਾਲੋਂ ਆਪਣੇ ਆਪ ਨੂੰ ਵੱਧ ਕੇ ਹੀ ਸਮਝੋ।
ਪ੍ਰਦਰਸ਼ਨ 'ਚ ਨਹੀਂ, ਮਨ 'ਚ ਹੀ ਭਾਵਨਾ ਰੱਖੋ। ਜਦੋਂ ਤੁਸੀਂ ਆਤਮਾ ਤੋਂ ਪ੍ਰੇਰਨਾ ਲੈਣ ਲੱਗੋਗੇ, ਆਪਣੀ ਮਾਨਸਿਕ ਸ਼ਕਤੀ ਦਾ ਵਿਕਾਸ ਕਰ ਲਓਗੇ, ਤਾਂ ਫਿਰ ਰੋਗ, ਦੁੱਖ, ਦਰਿਦਰਤਾ ਤੁਹਾਡੇ ਕੋਲ ਫਟਕਣਗੇ ਨਹੀਂ, ਉਹ ਤੁਹਾਡੇ ਕੋਲੋਂ ਦੂਰ ਭੱਜਣਗੇ। ਰੋਗ, ਦੁੱਖ, ਦਰਿਦਰ ਉਹਨਾਂ ਲੋਕਾਂ ਨੂੰ ਜ਼ਿਆਦਾ ਸਤਾਉਂਦੀ ਹੈ ਜੋ ਮਨੋਂ ਨਿਰਬਲ ਰਹਿੰਦੇ ਹੈ। ਕੁਝ ਲੋਕਾਂ ਨੂੰ ਤੁਸੀਂ ਵੇਖਿਆ ਹੋਵੇਗਾ, ਜ਼ਰਾ ਜਿੰਨੀ ਸੱਟ ਲੱਗਣ 'ਤੇ ਜਾਂ ਸਿਰ ਦਰਦ ਹੋਣ 'ਤੇ ਉਹ ਬੇਹੱਦ ਹਾਏ ਤੌਬਾ ਮਚਾਉਣ ਲੱਗਦੇ ਹੈ। ਅਜਿਹਾ ਲੱਗਦਾ ਹੈ ਮਾਨੋ ਉਹਨਾਂ ਦੀ ਜਾਨ 'ਤੇ ਆ ਬਣੀ ਹੈ। ਇਹਦੇ ਉਲਟ ਕੁਝ ਲੋਕ ਗੰਭੀਰ ਸੱਟ ਲੱਗਣ 'ਤੇ ਜਾਂ ਬਿਮਾਰ ਹੋਣ ਦੇ ਬਾਵਜੂਦ ਉਫ ਨਹੀਂ ਕਰਦੇ। ਇਹ ਵਿਹਾਰ ਉਹਨਾਂ ਦਾ ਚਰਿੱਤਰ ਉਜਾਗਰ ਕਰਦਾ ਹੈ। ਪਹਿਲੇ ਪ੍ਰਕਾਰ ਦੇ ਵਿਅਕਤੀ ਚਰਿੱਤਰ ਚੰਚਲ, ਪਲ ਦੀ ਪਲ ਜੋਸ਼ੀਲੇ ਹੁੰਦੇ ਹੈ, ਜਦਕਿ ਦੂਜੀ ਪ੍ਰਕਾਰ ਦੇ ਧੀਰ, ਗੰਭੀਰ, ਦ੍ਰਿੜ ਸੰਜਮੀ ਅਤੇ ਜੀਵਨ ਵਿੱਚ ਸਫਲਤਾ ਪਾਉਣ ਵਾਲੇ ਹੁੰਦੇ ਹੈ। ਤੁਸੀਂ ਵੀ ਦੂਜੀ ਸ਼੍ਰੇਣੀ ਦੇ ਵਿਅਕਤੀਆਂ 'ਚ ਆ ਸਕਦੇ ਹੋ, ਬਸ਼ਰਤੇ ਕਿ ਤੁਸੀਂ ਆਪਣੀ ਆਤਮ ਪ੍ਰੇਰਨਾ ਨੂੰ ਉਹੋ ਜਿਹਾ ਕਰ ਸਕੋ। ਦਰਦ ਜਾਂ ਸੱਟ ਨੂੰ ਤੁਸੀਂ ਯਾਦ ਹੀ ਨਾ ਕਰੋ, ਉਹਨੂੰ ਭੁੱਲ ਜਾਓ। ਜਿੰਨਾ ਵੀ ਤੁਸੀਂ ਖਿਆਲ ਕਰੋਗੇ, ਓਨਾ ਹੀ ਦਰਦ ਜਾਂ ਸੱਟ ਦੀ ਵੀ ਤੁਹਾਨੂੰ ਮਹਿਸੂਸ ਹੋਏਗਾ। ਤੁਸੀਂ ਉਸ ਵੱਲੋਂ ਆਪਣਾ ਧਿਆਨ ਹਟਾ ਲਓ। ਇਸ ਗੱਲ ਨੂੰ ਭੁੱਲ ਜਾਣ ਦੀ ਕੋਸ਼ਿਸ਼ ਕਰੋ ਕਿ ਤੁਹਾਨੂੰ ਸੱਟ ਲੱਗੀ ਹੈ ਜਾਂ ਕੋਈ ਬਿਮਾਰੀ ਸਤਾ ਰਹੀ ਹੈ। ਓਨਾ ਹੀ ਘੱਟ ਤੁਹਾਨੂੰ ਮਹਿਸੂਸ ਹੋਏਗਾ। ਜਿੰਨਾ ਤੁਸੀਂ ਸੋਚੋਗੇ, ਧਿਆਨ ਦਿਓਗੇ, ਓਨਾ ਹੀ ਤੁਹਾਨੂੰ ਵੱਧ ਮਹਿਸੂਸ ਹੋਏਗਾ। ਇਸ ਲਈ ਇਸ ਪ੍ਰਕਾਰ ਦੇ ਸਰੀਰਕ ਦੁੱਖਾਂ ਦੇ ਰਹਿਣ 'ਤੇ ਵੀ ਤੁਸੀਂ ਉਹਨਾਂ ਉੱਤੇ ਜ਼ਿਆਦਾ ਨਾ ਸੋਚੋ, ਜ਼ਿਆਦਾ ਚਿੰਤਿਤ ਨਾ ਹੋਵੋ। ਕੁਝ ਲੋਕ ਅਕਾਰਨ ਹੀ ਸਮੇਂ-ਸਮੇਂ 'ਤੇ ਡਾਕਟਰੀ ਜਾਂਚ ਕਰਾਉਂਦੇ ਹੈ। ਜ਼ਰਾ ਜਿੰਨੀ ਕੋਈ ਬਿਮਾਰੀ ਨਹੀਂ ਹੋਈ ਕਿ ਡਾਕਟਰ ਦੇ ਕੋਲ। ਇਸ ਪ੍ਰਕਾਰ ਦੇ ਵਹਿਮਬਾਜ਼ੀ ਦੇ ਕਾਰਨ ਅਜਿਹੇ ਲੋਕ ਹਮੇਸ਼ਾ ਮਰੀਜ਼ ਬਣੇ ਰਹਿੰਦੇ ਹੈ। ਵਹਿਮ ਤੁਹਾਡੀ ਸਫਲਤਾ ਦੇ ਮਾਰਗ ਵਿੱਚ ਸਭ ਤੋਂ ਵੱਡਾ ਦੁਸ਼ਮਣ ਹੈ। ਜੇ ਤੁਸੀਂ ਕਿਸੇ ਵੀ ਪ੍ਰਕਾਰ ਦੇ ਵਹਿਮ 'ਚ ਪੈ ਗਏ ਤਾਂ ਤੁਹਾਡੀ ਸਫਲਤਾ ਦਾ ਰਸਤਾ ਰੁਕ ਜਾਏਗਾ। ਰੁਕਾਵਟਾਂ ਆਉਣਗੀਆਂ। ਸਰੀਰਕ ਵਹਿਮ ਦੇ ਇਲਾਵਾ ਅਨੇਕ ਪ੍ਰਕਾਰ ਦੇ ਮਾਨਸਿਕ ਵਹਿਮ ਹੁੰਦੇ ਹੈ। ਕੁਝ ਲੋਕਾਂ ਦੇ ਦਿਮਾਗ 'ਚ ਇਹ ਗੱਲ ਬੈਠ ਜਾਂਦੀ ਹੈ ਕਿ ਫਲਾਣਾ ਦਿਨ ਉਹਦੇ ਲਈ ਬੜਾ ਸ਼ੁਭ ਹੈ, ਫਲਾਣਾ ਦਿਨ ਅਸ਼ੁਭ ਹੈ। ਅਕਸਰ ਸ਼ਨੀਵਾਰ ਦੇ ਦਿਨ ਲੋਕ ਬੜਾ ਮਨਹੂਸ ਮੰਨਦੇ ਹੈ। ਕੱਲ੍ਹ ਸ਼ਨੀਵਾਰ ਹੈ, ਬਸ ਸ਼ੁੱਕਰਵਾਰ ਤੋਂ ਉਹਨਾਂ ਦੇ ਮਨ ਵਹਿਮ ਹੋ ਜਾਏਗਾ। ਕੱਲ੍ਹ ਉਹਨਾਂ ਦਾ ਕੋਈ ਕੰਮ ਨਹੀਂ ਬਣੇਗਾ, ਕੱਲ੍ਹ ਕੋਈ ਜ਼ਰੂਰੀ ਨੁਕਸਾਨ ਹੋਏਗਾ, ਕੱਲ੍ਹ ਦੇ ਕਈ ਦਿਨ ਨਵਾਂ ਕੰਮ ਸ਼ੁਰੂ ਨਹੀਂ ਕਰਾਂਗੇ। ਬਸ ਸ਼ਨੀਵਾਰ ਠੰਡਾ ਕਰਕੇ ਬੈਠ ਜਾਂਦੇ ਹੈ। ਇਸ ਪ੍ਰਕਾਰ ਲਗਾਤਾਰ ਜਦੋਂ ਸ਼ਨੀਵਾਰ ਦੇ ਬਾਰੇ 'ਚ ਉਹਨਾਂ ਦੇ ਮਨ 'ਚ ਭਾਵਨਾਵਾਂ ਕੰਮ ਕਰਨ ਲੱਗਦੀਆਂ, ਫਿਰ ਸੱਚਮੁੱਚ ਸ਼ਨੀਵਾਰ ਉਹਨਾਂ ਨੂੰ ਇਸ ਪ੍ਰਕਾਰ ਦਾ ਫਲ ਦੇਣ ਲੱਗਦਾ ਹੈ। ਮੈਂ ਦਾਅਵੇ ਨਾਲ ਕਹਿੰਦਾ, ਜੇ ਸ਼ਨੀਵਾਰ ਤੁਹਾਨੂੰ ਇਸ ਪ੍ਰਕਾਰ ਦਾ ਨੁਕਸਾਨਦਾਇਕ ਫਲ ਦੇ ਰਿਹਾ ਹੈ ਤਾਂ ਦ੍ਰਿੜਤਾ ਦੇ ਨਾਲ ਤੁਸੀਂ ਵਿਚਾਰ ਕਰਨਾ ਸ਼ੁਰੂ ਕਰ ਦਿਓ। ਸ਼ਨੀਵਾਰ ਤੁਹਾਡੇ ਲਈ ਸ਼ੁਭ ਹੈ। ਜਾਣ ਬੁੱਝ ਕੇ ਤੁਸੀਂ ਸ਼ਨੀਵਾਰ ਦੇ ਦਿਨ ਹੀ ਕੰਮਕਾਜ ਸ਼ੁਰੂ ਕਰ ਦਿਓ। 2-4 ਸ਼ਨੀਵਾਰ ਦੇ ਬਾਅਦ ਦੇਖੋਗੇ ਸ਼ਨੀਵਾਰ ਤਾਂ ਤੁਹਾਡੇ ਲਈ ਬੜਾ ਸ਼ੁਭ ਹੋ ਗਿਆ, ਬੜਾ ਸ਼ੁਭਦਾਇਕ ਫਲ ਦਿੰਦਾ ਹੈ। ਬਹੁਤਿਆਂ ਦੇ ਮਨ ਵਿੱਚ ਇਹ ਭਾਵਨਾ ਰਹਿੰਦੀ ਹੈ ਕਿ ਮੰਗਲਵਾਰ ਬੜਾ ਸ਼ੁਭ ਹੈ, ਭਾਵਨਾਵਾਂ ਦੇ ਕਾਰਨ ਸ਼ੁਭ ਹੈ। ਇੱਕ ਵਹਿਮ ਹੈ। ਕੋਈ ਦਿਨ ਸ਼ੁਭ ਅਸ਼ੁਭ ਨਹੀਂ ਹੁੰਦਾ, ਤੁਹਾਡੀਆਂ ਭਾਵਨਾਵਾਂ ਹੀ ਉਹਨੂੰ ਸ਼ੁਭ ਬਣਾਉਂਦੀਆਂ। ਇਸੇ ਪ੍ਰਕਾਰ ਤਾਰੀਖਾਂ ਜਾਂ ਗ੍ਰੰਥਾਂ ਦਾ ਭਰਮ ਹੈ। ਕੁਝ ਤਾਰੀਖਾਂ ਅਸ਼ੁਭ ਮੰਨ ਬੈਠਦੇ ਆ। 13 ਅੰਕ ਅਸ਼ੁਭ ਮੰਨਣ ਦਾ ਵਹਿਮ ਤਾਂ ਬਹੁਤ ਡੂੰਘਾ ਹੈ। ਇਸ ਅੰਕ ਤੋਂ ਹੀ ਲੋਕ ਘਬਰਾ ਜਾਂਦੇ ਆ, ਇਹਦਾ ਪ੍ਰਯੋਗ ਨਹੀਂ ਕਰਦੇ। ਇਸੇ ਪ੍ਰਕਾਰ 420 ਦਾ ਅੰਕ ਹੈ। ਇਹਨਾਂ ਸਭ ਤਿਥੀਆਂ ਜਾਂ ਅੰਕਾਂ ਦਾ ਕੋਈ ਦੋਸ਼ ਨਹੀਂ, ਇਹ ਸਭ ਸਾਡਾ ਆਪਣਾ ਮਾਨਸਿਕ ਦੋਸ਼ ਹੈ, ਆਪਣਾ ਵਹਿਮ ਹੈ। ਅਨੇਕ ਪ੍ਰਕਾਰ ਦੇ ਸ਼ਗਨ, ਅਪਸ਼ਗਨ ਵੀ ਸਾਡੇ ਜੀਵਨ ਨੂੰ ਘੇਰੀ ਬੈਠੇ ਹੈ। ਕਾਣੇ ਦਾ ਦਿਖ ਜਾਣਾ, ਬਿੱਲੀ ਦਾ ਰਸਤਾ ਕੱਟ ਜਾਣਾ, ਅੰਗਾਂ ਦਾ ਫੜਫੜਾਉਣਾ, ਛਿਪਕਲੀ ਦਾ ਗਿਰਨਾ, ਮੁਰਦਾ, ਖਾਲੀ ਘੜਾ ਦਿਖਣਾ ਆਦਿ, ਇਹਨਾਂ ਦੇ ਫੇਰ ਵਿੱਚ ਪੈ ਕੇ ਅਸੀਂ ਆਪਣੇ ਬਹੁਤ ਸਾਰੇ ਕੰਮ ਰੋਕ ਦਿਆ ਕਰਦੇ ਹਾਂ। ਇਸ ਪ੍ਰਕਾਰ ਦੇ ਵਹਿਮਾਂ, ਸ਼ਗਨਾਂ, ਅਪਸ਼ਗਨਾਂ ਨੇ ਸਾਡਾ ਮਨ ਲੂ ਦਿੱਤਾ। ਇਸ ਪ੍ਰਕਾਰ ਦੇ ਵਹਿਮਾਂ 'ਚ ਪੈ ਕੇ ਅਸੀਂ ਆਪਣਾ ਕੀਮਤੀ ਸਮਾਂ ਬਰਬਾਦ ਕਰਦੇ ਹਾਂ। ਆਪਣੇ ਮਨ 'ਚ ਸ਼ੰਕਾਵਾਂ ਉਤਪੰਨ ਕਰਕੇ ਆਪਣੀ ਸਫਲਤਾ ਦੀ ਰਾਹ 'ਚ ਖੁਦ ਰੁਕਾਵਟ ਬਣਦੇ ਹਾਂ। ਕਿਸੇ ਵੀ ਪ੍ਰਕਾਰ ਦਾ ਵਹਿਮ ਕਰਨ ਜਾਂ ਪਾਲਣ ਦੀ ਜ਼ਰੂਰਤ ਨਹੀਂ ਹੈ। ਕੰਮ ਸ਼ੁਰੂ ਕਰਨ ਵੇਲੇ ਵਾਲੇ ਕਦੇ ਸ਼ੁਭ ਅਸ਼ੁਭ ਮਹੂਰਤ ਨਹੀਂ ਦੇਖਦੇ, ਉਹ ਤਾਂ ਸਿੱਧਾ ਆਪਣਾ ਕੰਮ ਸ਼ੁਰੂ ਕਰ ਦਿੰਦੇ ਹੈ। ਇਹ ਮਨੁੱਖੀ ਜੀਵਨ ਦੀ ਸਫਲਤਾ ਹੈ। ਆਤਮ ਗਿਆਨ ਤੋਂ ਵੱਡਾ ਗਿਆਨ ਕੋਈ ਨਹੀਂ ਹੈ। ਤੁਸੀਂ ਇਸ ਗਿਆਨ ਨੂੰ ਦੇਖੋ, ਸਮਝੋ। ਤੁਹਾਡਾ ਆਤਮ ਗਿਆਨ ਤੁਹਾਡੇ ਲਈ ਈਸ਼ਵਰ ਨੇ ਇੱਕ ਬੜੀ ਸੌਗਾਤ ਦੇ ਰੂਪ 'ਚ ਬਣਾਇਆ ਹੈ। ਇਹ ਆਤਮ ਗਿਆਨ ਦੇ ਦੁਆਰਾ ਤੁਸੀਂ ਕੀ ਕਰ ਨਹੀਂ ਸਕਦੇ ਹੋ। ਇਹ ਤੁਹਾਡਾ ਆਤਮ ਗਿਆਨ ਹੀ ਤਾਂ ਹੈ ਜੋ ਤੁਹਾਨੂੰ ਇਸ ਗੱਲ ਦੀ ਪ੍ਰੇਰਨਾ ਦਿੰਦਾ ਹੈ ਕਿ ਤੁਸੀਂ ਇਸ ਗੱਲ ਨੂੰ ਮਨ 'ਚ ਬਿਠਾ ਲਓ ਕਿ ਸੰਸਾਰ 'ਚ ਤੁਹਾਡਾ ਇੱਕ ਨਿਸ਼ਚਿਤ ਸਥਾਨ ਹੈ।
ਤੁਸੀਂ ਉਹ ਸਥਾਨ ਪ੍ਰਾਪਤ ਕਰਨਾ ਹੈ। ਇਹਦੇ ਬਾਅਦ ਤੁਸੀਂ ਆਪਣਾ ਆਚਾਰ ਵਿਚਾਰ ਉਸੇ ਪ੍ਰਕਾਰ ਬਣਾਓ। ਪਹਿਲਾਂ ਤਾਂ ਤੁਸੀਂ ਉਦੇਸ਼ ਬਣਾਓ, ਫਿਰ ਉਸ ਉੱਤੇ ਬਰਾਬਰ ਵਧੋ। ਆਪਣੇ ਮਨ 'ਚ ਹਮੇਸ਼ਾ ਉੱਚ ਵਿਚਾਰ ਰੱਖੋ। ਮਨੁੱਖ ਕਮਜ਼ੋਰੀਆਂ ਤੇ ਗਲਤੀਆਂ ਦਾ ਪੁਤਲਾ ਹੈ। ਇਹ ਗੱਲ ਬਿਲਕੁਲ ਸੱਚ ਹੈ। ਜੇ ਅਜਿਹਾ ਨਾ ਹੋਵੇ ਤਾਂ ਉਹ ਦੇਵਤਾ ਹੋ ਜਾਏ। ਇਸੇ ਕਾਰਨ ਜਦ ਵੀ ਮਨੁੱਖ ਕਦਮ ਉਠਾਉਂਦਾ ਹੈ, ਉਤੋਂ ਕੁਝ ਗਲਤੀਆਂ ਹੋ ਜਾਂਦੀਆਂ। ਕੁਝ ਗਲਤੀਆਂ ਦੇ ਨਾਲ ਕੁਝ ਕਮਜ਼ੋਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਜਿੱਥੋਂ ਤੱਕ ਗਲਤੀਆਂ ਦਾ ਪ੍ਰਸ਼ਨ ਹੈ, ਹਰ ਆਦਮੀ ਤੋਂ ਹੁੰਦੀਆਂ। ਇਹਦਾ ਇੱਕ ਹੀ ਸਧਾਰਨ ਜਿਹਾ ਉਪਾਅ ਹੈ ਕਿ ਗਲਤੀਆਂ ਦੇ ਪ੍ਰਤੀ ਸਾਵਧਾਨ ਰਿਹਾ ਜਾਏ, ਸਾਵਧਾਨੀ ਨਾਲ ਕੰਮ ਕੀਤਾ ਜਾਏ। ਇਹਦੋਂ ਬਾਅਦ ਵੀ ਜੇ ਕੋਈ ਗਲਤੀ ਹੋ ਜਾਂਦੀ ਹੈ ਤਾਂ ਉਹਦੀ ਚਿੰਤਾ ਨਾ ਕਰੋ। ਕਿਸੇ ਵੀ ਵਿਅਕਤੀ ਦਾ ਪੂਰੀ ਤਰ੍ਹਾਂ ਆਪਣੀਆਂ ਗਲਤੀਆਂ 'ਤੇ ਕਾਬੂ ਪਾ ਲੈਣਾ ਅਸੰਭਵ ਹੈ। ਤੁਹਾਨੂੰ ਸਾਰੇ ਸੰਸਾਰ 'ਚ ਇੱਕ ਵੀ ਵਿਅਕਤੀ ਅਜਿਹਾ ਨਹੀਂ ਮਿਲੇਗਾ ਜੋ ਸੀਨਾ ਤਾਣ ਕੇ ਇਸ ਗੱਲ ਨੂੰ ਕਹਿ ਸਕੇ ਕਿ ਅੱਜ ਤੱਕ ਉਸ ਕੋਲੋਂ ਇੱਕ ਵੀ ਗਲਤੀ ਨਹੀਂ ਹੋਈ। ਗਲਤੀਆਂ ਮਨੁੱਖ ਆਪ ਕਰਦਾ ਹੈ। ਇਸ ਲਈ ਜਦੋਂ ਵੀ ਤੁਹਾਡੇ ਕੋਲੋਂ ਕੋਈ ਗਲਤੀ ਹੋਵੇ ਤਾਂ ਇਸ ਉੱਤੇ ਪਛਤਾਤਾਪ ਨਾ ਕਰੋ। ਗਲਤੀ ਹੋ ਗਈ, ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੋ। ਇਹਦੇ ਨਾਲ ਇਸ ਗੱਲ ਦਾ ਸਬਕ ਲਓ ਅਤੇ ਗੱਠ ਬੰਨ੍ਹ ਲਓ ਕਿ ਭਵਿੱਖ 'ਚ ਅਜਿਹੀ ਗਲਤੀ ਨਹੀਂ ਹੋਏਗੀ, ਉਹ ਫੇਰ ਨਾ ਦੁਹਰਾਈ ਜਾਏ। ਜੋ ਲੋਕ ਗਲਤੀਆਂ ਤੋਂ ਸਬਕ ਨਹੀਂ ਲੈਂਦੇ ਉਹ ਜ਼ਿੰਦਗੀ 'ਚ ਕਦੇ ਸੁੱਖ ਦੇ ਅਧਿਕਾਰੀ ਨਹੀਂ ਬਣ ਸਕਦੇ। ਅਜਿਹੇ ਲੋਕਾਂ ਦਾ ਜੀਵਨ ਕਦੇ ਅੱਗੇ ਨਹੀਂ ਵੱਧ ਸਕਦਾ। ਉਹ ਸਫਲਤਾ ਦਾ ਮੂੰਹ ਵੇਖ ਸਕਦੇ ਹੈ। ਗਲਤੀਆਂ ਸਬਕ ਦੇਣ ਦੇ ਲਈ ਆਉਂਦੀਆਂ, ਸਬਕ ਸਿੱਖ ਲੈਣ 'ਤੇ ਉਹ ਜੀਵਨ ਬਣਾ ਜਾਂਦੀਆਂ। ਇੱਕ ਦਾਰਸ਼ਨਿਕ ਨੇਤਾ ਇਸੇ ਆਧਾਰ 'ਤੇ ਗਲਤੀਆਂ ਨੂੰ ਵਰਦਾਨ ਮੰਨਿਆ। ਜਿੱਥੋਂ ਤੱਕ ਕਮਜ਼ੋਰੀਆਂ ਦਾ ਸਵਾਲ ਹੈ, ਉਹ ਮਨੁੱਖ ਦੀਆਂ ਆਪਣੀਆਂ ਬਣਾਈਆਂ ਹੁੰਦੀਆਂ। ਉਹਨਾਂ ਉੱਤੇ ਮਨੁੱਖ ਆਪਣੇ ਆਪ ਕੰਟਰੋਲ ਕਰ ਸਕਦਾ ਹੈ। ਇੱਥੇ ਹੀ ਤਾਂ ਇਹਦੀ ਪ੍ਰੀਖਿਆ ਹੈ। ਮਨੁੱਖ ਕਮਜ਼ੋਰੀਆਂ ਦਾ ਪੁਤਲਾ ਹੈ। ਇਹਨਾਂ ਦਾ ਹੀ ਸ਼ਿਕਾਰ ਬਣ ਕੇ ਆਪਣਾ ਜੀਵਨ ਨੂੰ ਦੁਖਦਾਈ ਬਣਾਉਂਦਾ ਹੈ। ਇਹ ਕਮਜ਼ੋਰੀਆਂ ਸਿਉਂਕ ਦੇ ਵਾਂਗ ਨਾ ਸਿਰਫ ਉਹਦੀਆਂ ਯੋਜਨਾਵਾਂ ਬਲਕਿ ਉਹਦਾ ਸਾਰਾ ਸਰੀਰ ਵੀ ਖੋਖਲਾ ਕਰ ਦਿੰਦੀਆਂ। ਉਹ ਜਿੰਨਾ ਹੀ ਇਹਨਾਂ ਦਾ ਗੁਲਾਮ ਹੋਏਗਾ ਉਨਾ ਹੀ ਦੁੱਖ ਪਾਏਗਾ। ਹਰ ਇੱਕ ਮਨੁੱਖ 'ਚ ਅਕਸਰ ਦੋ ਪ੍ਰਕਾਰ ਦੀਆਂ ਕਮਜ਼ੋਰੀਆਂ ਹੋਇਆ ਕਰਦੀਆਂ, ਇੱਕ ਸਰੀਰਕ, ਦੂਜੀ ਮਾਨਸਿਕ। ਸਰੀਰ 'ਚ ਕਿਸੇ ਪ੍ਰਕਾਰ ਦੀ ਅਪੰਗਤਾ ਸਰੀਰਕ ਕਮਜ਼ੋਰੀ ਕਹਾਉਂਦੀ ਹੈ। ਆਪਣੀ ਅਪੰਗਤਾ ਦੇ ਬਾਵਜੂਦ ਮਨੁੱਖ ਸਫਲਤਾ ਪ੍ਰਾਪਤ ਕਰ ਲੈਂਦਾ ਹੈ। ਹਰ ਸੰਕਲਪ ਤੇ ਇੱਛਾ ਸ਼ਕਤੀ ਦੇ ਬਲ 'ਤੇ ਉਹ ਆਪਣੇ ਆਤਮ ਗਿਆਨ ਦੇ ਪ੍ਰਭਾਵ 'ਚ ਆ ਕੇ ਉਹ ਹਰ ਕੰਮ ਕਰ ਜਾਂਦਾ ਹੈ। ਮਾਨਸਿਕ ਕਮਜ਼ੋਰੀਆਂ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੀਆਂ। ਇਹਨਾਂ 'ਤੇ ਕਾਬੂ ਪਾਉਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਇਹਦੇ ਲਈ ਮਨੁੱਖ ਨੂੰ ਕਠੋਰ ਸੰਘਰਸ਼ ਕਰਨਾ ਪੈਂਦਾ ਹੈ। ਸਭ ਤੋਂ ਵੱਡੀ ਕਮਜ਼ੋਰੀ ਜੋ ਮਨੁੱਖ ਨੂੰ ਤੋੜ ਕੇ ਰੱਖ ਦਿੰਦੀ ਹੈ, ਉਹਦੀਆਂ ਯੋਜਨਾਵਾਂ ਨੂੰ ਤਹਿਸ ਨਹਿਸ ਕਰ ਮਾਰਦੀ ਹੈ, ਉਹ ਹੈ ਮਨ ਦੀ ਚੰਚਲਤਾ। ਸਾਡੇ ਵਿੱਚੋਂ ਹਰ ਇੱਕ ਦਾ ਮਨ ਚੰਚਲ ਹੁੰਦਾ ਹੈ। ਉਹ ਇੱਕ ਗੱਲ ਉੱਤੇ ਟਿਕ ਕੇ ਨਹੀਂ ਰਹਿੰਦਾ, ਉਹ ਸਥਿਰ ਇਕਾਗਰ ਹੋਣਾ ਨਹੀਂ ਜਾਣਦਾ। ਇਸੇ ਕਾਰਨ ਸਾਡੇ ਬਹੁਤ ਸਾਰੇ ਕੰਮ ਬਣ ਨਹੀਂ ਪਾਉਂਦੇ ਜਾਂ ਉਹਨਾਂ ਵਿੱਚ ਜ਼ਰੂਰਤ ਤੋਂ ਜ਼ਿਆਦਾ ਵਕਤ ਲੱਗ ਜਾਂਦਾ ਹੈ। ਹਰ ਇੱਕ ਕੰਮ ਜਦ ਤੱਕ ਚਿੱਤ ਜਾਂ ਮਨ ਇਕਾਗਰ ਕਰਕੇ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹਦੀ ਸਫਲਤਾ ਵਿੱਚ ਸਮੇਂ 'ਤੇ ਉਹਦੇ ਪੂਰਾ ਹੋਣ 'ਚ ਸ਼ੱਕ ਰਹਿੰਦਾ ਹੈ। ਚਿੱਤ ਨੂੰ ਇਕਾਗਰ ਕਰਕੇ ਕੰਮ ਕਰ ਪਾਉਣਾ ਅਤਿਅੰਤ ਮੁਸ਼ਕਿਲ ਹੈ। ਕੰਮ ਕਰਦੇ ਕਰਦੇ ਮਨ ਕਿਤੇ ਤੋਂ ਕਿਤੇ ਪਹੁੰਚ ਜਾਂਦਾ ਹੈ। ਸੰਬੰਧਿਤ ਕੰਮ ਨਾਲੋਂ ਉਹਦਾ ਸੰਬੰਧ ਭੰਗ ਹੋ ਜਾਂਦਾ ਹੈ, ਦੂਰ ਘੁੰਮਣ ਫਿਰਨ ਲੱਗਦਾ ਹੈ। ਕੰਮ ਤੋਂ ਮਨ ਉਖੜਿਆ, ਇਸੇ ਕਾਰਨ ਗਲਤੀਆਂ ਹੋ ਜਾਂਦੀਆਂ। ਕੰਮ 'ਚ ਢਿੱਲਾਪਨ ਆ ਜਾਂਦਾ ਹੈ। ਮਨ ਦੀ ਇਕਾਗਰਤਾ ਹੋਣੀ ਜ਼ਰੂਰੀ ਹੈ। ਇਹਦੀ ਚੰਚਲਤਾ ਉੱਤੇ ਜ਼ਬਰਦਸਤੀ ਰੋਕ ਲਾ ਕੇ ਮਨ ਨੂੰ ਕਾਬੂ 'ਚ ਲਿਆਂਦਾ ਜਾ ਸਕਦਾ ਹੈ। ਮਨ ਦੀ ਚੰਚਲਤਾ, ਅਸਥਿਰਤਾ 'ਤੇ ਸਭ ਤੋਂ ਪਹਿਲਾਂ ਕਾਬੂ ਪਾਉਣਾ ਜ਼ਰੂਰੀ ਹੈ। ਮਨ ਬਹੁਤ ਭਟਕੇਗਾ ਪਰ ਤੁਸੀਂ ਅੜੇ ਜੰਮੇ ਰਹੋ, ਉਹਦੇ ਨਾਲ ਬਰਾਬਰ ਰੱਸਾਕਸ਼ੀ ਕਰਦੇ ਰਹੋ। ਅਖੀਰ ਤੁਸੀਂ ਮਨ ਨੂੰ ਇਕਾਗਰ ਕਰਨ 'ਚ ਸਫਲ ਹੋ ਜਾਓਗੇ। ਮਨ ਦੀ ਇਹ ਪ੍ਰਵਿਰਤੀ ਤੁਹਾਨੂੰ ਬਦਲਣੀ ਪਏਗੀ। ਇਹਦੇ ਬਾਅਦ ਮਨੁੱਖ ਦੀ ਦੂਸਰੀ ਸਭ ਤੋਂ ਵੱਡੀ ਕਮਜ਼ੋਰੀ ਦਾ ਨਾਂ ਹੈ ਆਲਸ। ਆਲਸ ਤਾਂ ਆਦਮੀ ਨੂੰ ਹੋਰ ਖਾ ਜਾਂਦਾ ਹੈ। ਸਵੇਰੇ 4 ਵਜੇ ਉੱਠਣ ਦਾ ਵਿਚਾਰ ਬਣਾਇਆ, ਨੀਂਦ ਖੁੱਲ੍ਹ ਗਈ 4 ਵਜੇ, ਪਰ ਸੋਚ ਕੇ ਸੌਂ ਗਏ ਕਿ 5 ਵਜੇ ਉੱਠ ਜਾਵਾਂਗੇ। 1 ਘੰਟੇ 'ਚ ਕੀ ਪਹਾੜ ਟੁੱਟ ਗਿਰੇਗਾ? ਬਸ 5 ਤੋਂ 6, 6 ਤੋਂ 7 ਹੋ ਜਾਂਦਾ। ਥੋੜ੍ਹਾ ਕੰਮ ਕੀਤਾ, ਆਲਸ ਵਸ ਟਾਲ ਦਿੱਤਾ। ਫਿਰ ਕਰਾਂਗੇ, ਕਿਹੜੀ ਆਫਤ ਆਈ ਹੈ? ਬਸ ਕੰਮ ਟਲਦਾ ਜਾਂਦਾ। ਇੱਕ ਦਿਨ ਸਭ ਚੌਪਟ ਹੋ ਜਾਂਦਾ। ਆਲਸ ਤੁਹਾਨੂੰ ਕੰਮ ਨਹੀਂ ਕਰਨ ਦਿੰਦਾ। ਤੁਹਾਡੇ ਕੰਮ ਵਿੱਚ, ਤੁਹਾਡੀ ਸਫਲਤਾ ਵਿੱਚ ਸਭ ਤੋਂ ਵੱਡੀ ਰੁਕਾਵਟ ਪਾਉਂਦਾ ਹੈ ਆਲਸ। ਆਲਸ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਹੈ। ਆਲਸ ਤੁਹਾਡਾ ਕੰਮ ਥੋੜ੍ਹੀ ਦੇਰ ਬਾਅਦ, ਫਿਰ ਹੋਰ ਥੋੜ੍ਹੀ ਦੇਰ ਬਾਅਦ ਦਾ ਕੰਮ ਕੱਲ੍ਹ ਉੱਤੇ, ਕੱਲ੍ਹ ਦਾ ਪਰਸੋਂ ਉੱਤੇ ਇਸ ਪ੍ਰਕਾਰ ਬਰਾਬਰ ਟਾਲਦਾ ਜਾਂਦਾ ਹੈ। ਉਸ ਸਮੇਂ ਬਸ ਜਦ ਤੱਕ ਕਿ ਤੁਹਾਡਾ ਸਾਰਾ ਕੰਮ ਚੌਪਟ ਨਹੀਂ ਹੋ ਜਾਂਦਾ, ਤਦ ਤੱਕ
ਆਲਸ ਨੂੰ ਆਪਣੇ ਕੋਲ ਫਟਕਣ ਨਹੀਂ ਦੇਣਾ ਚਾਹੀਦਾ। ਜਦ ਕਦੇ ਵੀ ਆਲਸ ਤੁਹਾਨੂੰ ਸਤਾਵੇ ਉਹਨੂੰ ਦੂਰ ਭਜਾਓ। ਸੁਸਤ ਨਾ ਹੋ ਕੇ ਫੁਰਤੀ ਲਿਆਓ। ਆਪਣੇ ਹੱਥਾਂ ਪੈਰਾਂ 'ਚ ਤੇਜ਼ੀ ਲਿਆਓ ਅਤੇ ਜ਼ਿਆਦਾ ਆਲਸ ਤੰਗ ਕਰੇ ਤਾਂ ਟਹਿਲਣ ਚੱਲ ਪਾਓ। ਚਹਿਲ ਕਦਮੀ ਕਰਕੇ ਆਪਣਾ ਆਲਸ ਭਜਾਓ। ਆਲਸ ਤੁਹਾਨੂੰ ਬਰਬਾਦ ਕਰਕੇ ਰੱਖ ਦੇਵੇਗਾ। ਤੁਸੀਂ ਆਪਣਾ ਵਾਯੂ ਮੰਡਲ ਖੁਦ ਬਣਾਓ। ਇਸ 'ਚ ਤੁਸੀਂ ਸਾਹ ਲਓ। ਮਨ ਦੀ ਚੰਚਲਤਾ ਆਲਸ ਨੂੰ ਦੂਰ ਭਜਾਓ। ਆਪਣੇ ਵਾਯੂ ਮੰਡਲ 'ਚ ਸਦਾ ਜੀਵਨ ਸ਼ਕਤੀ ਰੱਖੋ। ਫੁਰਤੀ ਅਤੇ ਚੇਤਨਤਾ ਦੇ ਨਾਲ ਕੰਮ ਕਰੋ। ਚਿੰਤਾ ਅਤੇ ਆਲਸ ਦੇ ਇਲਾਵਾ ਹੋਰ ਵੀ ਅਨੇਕ ਪ੍ਰਕਾਰ ਦੀਆਂ ਮਾਨਸਿਕ ਕਮਜ਼ੋਰੀਆਂ ਹਨ। ਉਹਨਾਂ ਸਭ 'ਤੇ ਕਾਬੂ ਪਾ ਕੇ ਰੱਖੋ। ਆਪਣੇ ਆਤਮ ਗਿਆਨ ਦੇ ਪ੍ਰਭਾਵ ਦਾ ਉਪਯੋਗ ਕਰਕੇ ਦੇਖੋ ਕਿ ਤੁਸੀਂ ਆਪਣੇ ਕੰਮ 'ਚ ਵਿਅਰਥ ਦਾ ਸਮਾਂ ਤਾਂ ਨਹੀਂ ਗਵਾ ਰਹੇ ਹੋ। ਇਹਨਾਂ ਸਭ ਗੱਲਾਂ 'ਤੇ ਧਿਆਨ ਰੱਖ ਕੇ ਤੁਸੀਂ ਆਪਣਾ ਉਦੇਸ਼ ਪ੍ਰਾਪਤ ਕਰ ਸਕਦੇ ਹੋ। ਧੰਨਵਾਦ।